Today we will study the poem Death the Leveler written by James Shirley. The idea conveyed by the poet in this poem is that death is a great leveler and it doesn't have any prejudice for or against a king or a pauper, the mighty or the weak, the rich or the poor. ਇਸ ਪੋਇਮ ਦੇ ਵਿੱਚ ਕਵੀ ਨੇ ਇਹ ਆਈਡੀਆ ਕਨਵੇ ਕੀਤਾ ਕਿ ਜਿਹੜੀ ਡੈਥ ਹੈ ਨਾ, ਮੌਤ ਜਿਹੜੀ ਹੈ ਉਹ ਸਾਰੇ ਉੱਚੇ ਨੀਵੇਂ ਦਾ ਭੇਦ ਨਹੀਂ ਰਹਿਣ ਦਿੰਦੀ। ਉਹ ਇੱਕ ਗ੍ਰੇਟ ਲੈਵਲਰ ਹੈ, ਜਿਵੇਂ ਸੁਹਾਗਾ ਮਾਰ ਕੇ ਅਸੀਂ ਉੱਚੀਆਂ ਨੀਵੀਆਂ ਜਗ੍ਹਾ ਨੂੰ ਇਕੁਅਲ ਕਰ ਦਿੰਦੇ ਹਾਂ। ਇਸੇ ਤਰ੍ਹਾਂ ਹੀ ਮੌਤ ਜਿਹੜੀ ਹੈ ਉਹ ਭਾਵੇਂ ਕੋਈ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਭਾਵੇਂ ਕੋਈ ਤਾਕਤਵਰ ਹੋਏ ਅਤੇ ਭਾਵੇਂ ਵੀਕ ਹੋਵੇ, ਭਾਵੇਂ ਕੋਈ ਅਮੀਰ ਹੋਵੇ ਜਾਂ ਫਿਰ ਗਰੀਬ ਹੋਵੇ, ਉਹ ਕਿਸੇ ਵੀ ਤਰ੍ਹਾਂ ਦਾ ਭਿੰਨ ਭੇਦ ਨਹੀਂ ਕਰਦੀ। ਆਲ ਬਾਓ ਬਿਫੋਰ ਡੈਥਸ ਪਾਵਰ, ਸਾਰਿਆਂ ਨੂੰ ਮੌਤ ਦੀ ਪਾਵਰ ਦੇ ਅੱਗੇ ਝੁਕਣਾ ਪੈਂਦਾ ਹੈ। ਐਵਰੀਵਨ ਹੈਜ਼ ਟੂ ਯੀਲਡ ਐਂਡ ਸਬਮਿਟ ਬਿਫੋਰ ਦ ਮਾਈਟ ਆਫ ਡੈਥ, ਅਤੇ ਹਰੇਕ ਮਨੁੱਖ ਨੂੰ ਮੌਤ ਦੀ ਪਾਵਰ ਦੇ ਅੱਗੇ ਝੁਕਣਾ ਹੀ ਪੈਂਦਾ ਹੈ, ਆਪਣੇ ਆਪ ਨੂੰ ਸਬਮਿਟ ਕਰਨਾ ਹੀ ਪੈਂਦਾ ਹੈ। ਹੈਂਸ ਮੈਨ ਸ਼ੁੱਡ ਨਾਟ ਬੀ ਪ੍ਰਾਊਡ ਆਫ ਹਿਜ਼ ਗ੍ਰੇਟ ਡੀਡਸ, ਇਸ ਕਰਕੇ ਮਨੁੱਖ ਨੂੰ ਆਪਣੀ ਵੱਡੇ ਵੱਡੇ ਕੰਮਾਂ ਵੱਡੀਆਂ ਚੀਜ਼ਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਦ ਗਲੋਰੀਜ਼ ਆਫ ਆਵਰ ਬਲੱਡ ਐਂਡ ਸਟੇਟ ਆਰ ਸ਼ੈਡੋਜ਼ ਨਾਟ ਸਬਸਟੈਂਸ਼ੀਅਲ ਥਿੰਗਸ। ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਸਾਡੀ ਜਨਮ ਜਾਂ ਫਿਰ ਸਾਡਾ ਖਾਨਦਾਨੀ, ਬਲੱਡ ਹੁੰਦਾ ਖਾਨਦਾਨੀ, ਸਟੇਟ ਮੀਨਸ ਸਟੇਟਸ, ਕਿ ਜਿਹੜੇ ਸਾਡੀ ਖਾਨਦਾਨ ਦੀ ਜਾਂ ਫਿਰ ਜਨਮ ਦੇ ਸਮੇਂ ਜੋ ਸਾਡੀ ਰੁਤਬਾ, ਜੋ ਸਾਡੀ ਸ਼ਾਨ ਹੈ, ਇਹ ਸਭ ਕੀ ਹੈ? ਸ਼ੈਡੋਜ਼ ਹੈ। ਆਰ ਸ਼ੈਡੋਜ਼ ਨਾਟ ਸਬਸਟੈਂਸ਼ੀਅਲ ਥਿੰਗਸ, ਇਹ ਮਹੱਤਵਪੂਰਨ ਚੀਜ਼ਾਂ ਨਹੀਂ ਹੈ, ਇਹ ਤਾਂ ਸਿਰਫ ਇੱਕ ਪਰਛਾਈ ਦੀ ਤਰ੍ਹਾਂ ਹਨ। ਦੇਅਰ ਇਜ਼ ਨੋ ਆਰਮਰ ਅਗੇਂਸਟ ਫੇਟ, ਆਰਮਰ ਹੁੰਦਾ ਕਵਚ, ਫੇਟ ਮੀਨਸ ਕਿਸਮਤ, ਕਿ ਕਿਸਮਤ ਵਿੱਚ ਜੇ ਲਿਖਿਆ ਆ ਕਿ ਸਾਡੀ ਡੈਥ ਕਦੋਂ ਹੋਣੀ ਹੈ, ਅਤੇ ਉਸ ਦੇ ਅਗੇਂਸਟ ਸਾਡੇ ਕੋਲ ਕੋਈ ਇਹੋ ਜਿਹਾ ਕਵਚ ਨਹੀਂ ਹੈ ਜਿਹੜਾ ਸਾਨੂੰ ਮੌਤ ਤੋਂ ਬਚਾ ਸਕੇ। ਡੈਥ ਲੇਜ਼ ਹਿਜ਼ ਆਈਸੀ ਹੈਂਡਸ ਔਨ ਕਿੰਗਸ, ਕਿਉਂਕਿ ਮੌਤ ਜਿਹੜੀ ਹੈ ਉਸ ਤੋਂ ਰਾਜੇ ਵੀ ਨਹੀਂ ਬਚ ਸਕੇ। ਇਸ ਕਰਕੇ ਸਾਡੇ ਕੋਲ ਡੈਥ ਦੇ ਅਗੇਂਸਟ ਕੋਈ ਵੀ ਆਰਮਰ ਨਹੀਂ ਹੈ। ਸਕੈਪਚਰ ਐਂਡ ਕਰਾਊਨ ਮਸਟ ਟੰਬਲ ਡਾਊਨ ਐਂਡ ਇਨ ਦ ਡਸਟ ਬੀ ਇਕੁਅਲ ਵਿਦ ਦ ਪੂਅਰ ਕ੍ਰੁਕਡ ਸਾਈਥ ਐਂਡ ਸਪੇਡ, ਕਿ ਭਾਵੇਂ ਕੋਈ ਰਾਜਾ ਹੋਵੇ ਜਾਂ ਫਿਰ ਕੋਈ ਮਹਾਰਾਜਾ ਹੋਵੇ, ਮਸਟ ਟੰਬਲ ਡਾਊਨ, ਉਸ ਨੂੰ ਹੇਠਾਂ ਡਿੱਗਣਾ ਹੀ ਪੈਂਦਾ ਹੈ। ਐਂਡ ਇਨ ਦ ਡਸਟ ਬੀ ਇਕੁਅਲ ਮੇਡ, ਅਤੇ ਮਿੱਟੀ ਦੇ ਵਿੱਚ ਸਾਰੇ ਇਕੁਅਲ ਬਣ ਜਾਂਦੇ ਆ। ਵਿਦ ਦਾ ਪੂਅਰ ਕ੍ਰੁਕਡ ਸਾਈਥ ਐਂਡ ਸਪੇਡ, ਅਤੇ ਜਿੱਥੇ ਜਿਹੜੀ ਕਹੀ ਹੈ ਉਹਦੇ ਨਾਲ ਜਿਹੜਾ ਭਾਵੇਂ ਗਰੀਬ ਹੋਵੇ ਜਾਂ ਅਮੀਰ ਹੋਵੇ, ਜਦੋਂ ਉਸ ਨੂੰ ਲਾਸਟ 'ਤੇ ਕਬਰ ਦੇ ਵਿੱਚ ਦੱਬਿਆ ਜਾਂਦਾ ਅਤੇ ਉਦੋਂ ਉਹ ਇਕੁਅਲ ਹੋ ਜਾਂਦਾ ਆ। ਸਮ ਮੈਨ ਵਿਦ ਸਵਰਡਸ ਮੇ ਰੀਪ ਦ ਫੀਲਡ, ਰੀਪ ਕਰਨਾ ਹੁੰਦਾ ਵੱਢਣਾ ਜਾਂ ਜਿੱਤ ਜਾਣਾ। ਕੁਛ ਲੋਕ ਤਲਵਾਰਾਂ ਦੇ ਨਾਲ, ਮਤਲਬ ਬਹਾਦਰ ਲੋਕ ਆਪਣੀਆਂ ਤਲਵਾਰਾਂ ਦੇ ਨਾਲ ਵੱਡੇ ਵੱਡੇ ਜੰਗ ਦੇ ਮੈਦਾਨ ਜਿੱਤ ਲੈਂਦੇ ਹਨ। ਐਂਡ ਪਲਾਂਟ ਫਰੈਸ਼ ਲਰਲਸ ਵੇਅਰ ਦੇ ਕਿਲ, ਅਤੇ ਉਹ ਭਾਵੇਂ ਸ਼ਹੀਦ ਹੋ ਜਾਂਦੇ ਹਨ ਬਟ ਉਹ ਵੱਡੇ ਵੱਡੇ ਇਨਾਮ ਜਿੱਤ ਲੈਂਦੇ ਹਨ। ਬਟ ਦੇਅਰ ਸਟਰੋਂਗ ਨਰਵਸ ਐਟ ਲਾਸਟ ਮਸਟ ਯੀਲਡ, ਭਾਵੇਂ ਉਹਨਾਂ ਦੇ ਸਰੀਰ ਬਹੁਤ ਤਾਕਤਵਰ ਹੁੰਦੇ ਹਨ ਪਰ ਆਖਰ ਵਿੱਚ ਉਹਨਾਂ ਨੂੰ ਵੀ ਹਾਰ ਮੰਨਣੀ ਹੀ ਪੈਂਦੀ ਹੈ। ਦੇ ਟੇਮ ਬਟ ਵਨ ਅਨਦਰ ਸਟਿਲ, ਉਹ ਇੱਕ ਦੂਸਰੇ ਨੂੰ ਤਾਂ ਮਾਰ ਸਕਦੇ ਹਨ, ਹਰਾ ਸਕਦੇ ਹਨ, ਬਟ ਮੌਤ ਨੂੰ ਉਹ ਕਦੇ ਵੀ ਹਰਾ ਨਹੀਂ ਸਕਦੇ। ਅਰਲੀ ਔਰ ਲੇਟ ਦੇ ਸਟੂਪ ਟੂ ਫੇਟ, ਉਹਨਾਂ ਨੂੰ ਕਦੇ ਨਾ ਕਦੇ, ਭਾਵੇਂ ਪਹਿਲਾਂ ਜਾਂ ਬਾਅਦ ਵਿੱਚ, ਕਿਸਮਤ ਦੇ ਅੱਗੇ ਝੁਕਣਾ ਹੀ ਪੈਂਦਾ ਹੈ। ਐਂਡ ਮਸਟ ਗਿਵ ਅਪ ਦੇਅਰ ਮਰਮਰਿੰਗ ਬ੍ਰੈਥ, ਅਤੇ ਉਹਨਾਂ ਨੂੰ ਆਪਣੀ ਜਿਹੜੀ ਆ ਆਖਰੀ ਸਾਹ ਜਿਹੜੇ ਆ ਉਹ ਕਿਸਮਤ ਦੇ ਅੱਗੇ ਛੱਡਣੇ ਹੀ ਪੈਂਦੇ ਹਨ। ਵੈਨ ਦੇ ਪੇਲ ਕੈਪੀਟਿਵਸ ਕ੍ਰੀਪ ਟੂ ਡੈਥ, ਜਦੋਂ ਮੌਤ ਵਾਲੇ ਪਾਸੇ ਨੂੰ ਪੀਲੇ ਹੋਏ ਹੋਏ ਯੁੱਧ ਵਾਲੇ ਕੈਦੀਆਂ ਦੀ ਤਰ੍ਹਾਂ ਮੌਤ ਵੱਲ ਰੀਂਗ ਰਹੇ ਹੁੰਦੇ ਹਨ ਅਤੇ ਉਹਨਾਂ ਨੂੰ ਆਪਣੇ ਆਖਰੀ ਸਾਹ ਵੀ ਛੱਡਣੇ ਹੀ ਪੈਂਦੇ ਹਨ। ਦ ਗਾਰਲੈਂਡਸ ਵਿਦਰ ਔਨ ਯੂਰ ਬ੍ਰੋ ਦੈਨ ਬੋਸਟ ਨੋ ਮੋਰ ਯੂਰ ਮਾਈਟੀ ਡੀਡਸ,
ਕਿ ਜਦੋਂ ਅਸੀਂ ਕੋਈ ਕੰਮ ਕਰਕੇ ਜਿੱਤ ਜਾਂਦੇ ਆ ਤੇ ਜਿਹੜੇ ਸਾਡੇ ਗਲ ਵਿੱਚ ਹਾਰ ਪੈਂਦੇ ਇੱਕ ਦਿਨ ਉਹ ਵੀ ਸੁੱਕ ਜਾਣਗੇ। ਇਸ ਕਰਕੇ ਸਾਨੂੰ ਆਪਣੇ ਵੱਡੇ ਵੱਡੇ ਜੋ ਅਸੀਂ ਕੰਮ ਕਰਦੇ ਆ ਉਹਦੇ ਬਾਰੇ ਬੋਸਟ ਨਹੀਂ ਕਰਨਾ ਚਾਹੀਦਾ। ਬੋਸਟ ਮੀਨਸ ਸੇਖ ਹੀ ਨਹੀਂ ਮਾਰਨੀ ਚਾਹੀਦੀ। ਅਪੋਨ ਡੈਥਸ ਪਰਪਲ ਆਲਟਰ ਨਾਓ ਸੀ ਵੇਅਰ ਦਾ ਵਿਕਟਮ ਬਲੀਡਸ। ਤੇ ਦੇਖੋ ਜਿੱਥੇ ਜਿੱਤਣ ਵਾਲਾ ਵੀ ਅਤੇ ਹਾਰਨ ਵਾਲਾ ਵੀ ਮੌਤ ਦੇ ਪੰਜੇ ਤੋਂ ਨਹੀਂ ਬਚ ਸਕਿਆ, ਮੌਤ ਦੇ ਸਾਹਮਣੇ ਇਕੁਅਲ ਹੈ, ਉਹਨਾਂ ਦਾ ਖੂਨ ਇੱਕ ਬਰਾਬਰ ਹੀ ਵਹਿੰਦਾ ਹੈ। Your heads must come to the cold tomb, only the actions of the just smell sweet and blossom in their dust। ਕਿ ਉਹ ਜਦੋਂ ਮੌਤ ਤੋਂ ਬਾਅਦ ਮਨੁੱਖ ਦਾ ਸਿਰ ਜਿਹੜਾ ਆ ਉਹ ਠੰਡੀ ਕਬਰ ਦੇ ਵਿੱਚ ਜਾਂਦਾ ਹੈ। ਓਨਲੀ ਦਾ ਐਕਸ਼ਨਸ ਆਫ ਦਾ ਜਸਟ, ਤੇ ਸਿਰਫ ਨਿਆਂ ਦੇ ਕੰਮ ਹੀ ਉਸ ਵੇਲੇ ਜਾਣੇ ਜਾਂਦੇ ਹਨ। ਸਮੈਲ ਸਵੀਟ ਐਂਡ ਬਲੌਸਮ ਇਨ ਦੇਅਰ ਡਸਟ, ਤੇ ਜਿਹੜੇ ਨਿਆਂਪੂਰਨ ਅਤੇ ਸਹੀ ਕੀਤੇ ਹੋਏ ਕੰਮ ਜਿਹੜੇ ਆ ਉਹ ਜਿਵੇਂ ਧੂੜ ਦੇ ਵਿੱਚ ਫੁੱਲ ਖਿੜਦੇ ਹਨ, ਐਸੇ ਤਰ੍ਹਾਂ ਹੀ ਉਹ ਜਿਹੜੇ ਕੰਮ ਹੈ ਉਹ ਹਮੇਸ਼ਾ ਯਾਦ ਰੱਖੇ ਜਾਣਗੇ। ਜੇਮਸ ਸ਼ਰਲੇ ਵਾਜ਼ ਬੋਰਨ ਇਨ 1596 ਇਨ ਲੰਡਨ ਦੇ ਵਿੱਚ 1596 ਦੇ ਵਿੱਚ ਜੇਮਸ ਸ਼ਰਲੇ ਦਾ ਜਨਮ ਹੋਇਆ। ਐਜੂਕੇਟਡ ਐਟ ਆਕਸਫੋਰਡ ਐਂਡ ਕੈਂਬਰਿਜ, ਹੀ ਵਰਕਡ ਐਜ਼ ਅ ਸਕੂਲ ਮਾਸਟਰ ਮੋਸਟ ਆਫ ਹਿਜ਼ ਲਾਈਫ। ਉਸ ਦੀ ਬਹੁਤ ਸਾਰੀ ਜਿਹੜੀ ਆਪਣੀ ਜ਼ਿੰਦਗੀ ਸੀ ਉਸਨੇ ਇੱਕ ਸਕੂਲ ਟੀਚਰ ਦੇ ਤੌਰ 'ਤੇ ਬਿਤਾਈ। ਹਿਜ਼ ਰੈਪੂਟੇਸ਼ਨ ਐਜ਼ ਅ ਰਾਈਟਰ ਰੈਸਟਸ ਲਾਰਜਲੀ ਔਨ ਹਿਜ਼ ਪਲੇਸ, ਅਤੇ ਉਸ ਦੇ ਦੁਆਰਾ ਲਿਖੇ ਹੋਏ ਪਲੇਸ ਤੋਂ ਉਸਦੀ ਜਿਹੜੀ ਕਵੀ ਵਾਲੀ ਜ਼ਿੰਦਗੀ ਹੈ ਉਸ ਦੀ ਸ਼ੁਰੂਆਤ ਹੋਈ। ਹੀ ਰੋਟ ਅਬਾਊਟ 40 plays including tragedies, romantic comedies and comedies of manners। The famous songs and lyrics are found in this play। ਉਸਨੇ ਬਹੁਤ ਸਾਰੇ ਪਲੇਜ਼ ਲਿਖੇ ਅਤੇ ਬਹੁਤ ਸਾਰੇ ਜਿਹੜੇ ਸੌਂਗਸ ਪੋਇਮਸ ਵੀ ਲਿਖੀਆਂ।